ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਬੈਠ ਗੁਰਮੁਖ ਪਿਆਰੇ ਭਾਈ ਅਨੰਦਪੀਰ ਸਿੰਘ ਜੀ ਉਹਨਾਂ ਦੇ ਸਾਥੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਕੇ ਗੁਰਮਤਿ ਦੀਆਂ ਲੋਰੀਆਂ ਲੈ ਰਹੇ ਸਾਂ। ਸਤਿਗੁਰੂ ਦਾਤਾ ਮਿਹਰ ਕਰੇ, ਗਾਵਿਆ ਸੁਣਿਆ ਥਾਂ ਪੈ ਜਾਏ। ਇਹ ਸ਼ਬਦ ਸਾਡੇ ਕੰਨ ਤੋਂ ਸਾਡੇ ਮਨ ਤੱਕ ਸਫ਼ਰ ਕਰ ਲੈਣ। ਕਰੋ ਕਿਰਪਾ, ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਾਦੀ ਦੀ ਗੋਦ ਵਿੱਚ ਨਿੱਕੇ ਨਿੱਕੇ ਬੱਚੇ ਅਡੋਲ ਨੇ, ਡੋਲੇ ਨਹੀਂ, ਆਪਾਂ ਵੀ ਆਪਣੀ ਸੁਰਤ ਬਿਰਤ ਨੂੰ ਮਾਂ ਗੁਜਰ ਕੌਰ ਦੇ ਚਰਨਾਂ ਵਿੱਚ ਲੈ ਚੱਲੀਏ। ਸਾਨੂੰ ਵੀ ਸ਼ਾਇਦ ਕੋਈ ਗੁਰੂ ਦੀ ਸਿੱਖਿਆ ਸਤਿਗੁਰੂ ਦੇ ਨੇੜੇ ਕਰ ਦੇਵੇ। ਪਿਛਲੇਰੀ ਵਿਚਾਰ ਅਨੁਸਾਰ ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜੇ ਕੁੰਮੇ ਮਾਸ਼ਕੀ ਦੇ ਘਰ, ਉੱਥੋਂ ਗੰਗੂ ਦੇ ਘਰ ਗੰਗੂ ਨੇ ਪਾਪ ਕਰ ਲਿਆ, ਸਾਹਿਬਜ਼ਾਦੇ ਗ੍ਰਿਫਤਾਰ ਕਰਵਾ ਦਿੱਤੇ। ਉੱਥੋਂ ਮੋਰਿੰਡੇ ਦੀ ਕੋਤਵਾਲੀ ਵਿੱਚ ਨੇ। ਇੱਥੇ ਆਪਾਂ ਵਿਚਾਰ ਪਿੱਛੇ ਛੱਡੀ ਸੀ। ਗੰਗੂ ਇਨਾਮ ਲੈਣ ਦੀ ਲਾਲਸਾ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਇਹ ਸਰਹੰਦ ਪਹੁੰਚ ਗਏ। ਜੋ ਸਰਹੰਦ ਪਹੁੰਚੇ, ਵਜ਼ੀਰ ਖਾਂ ਆਪਣੇ ਮਹਿਲਾਂ ਦੇ ਵਿੱਚ ਤੜਫ ਰਿਹਾ ਬਹੁਤ ਜ਼ਿਆਦਾ। ਉਹਨੂੰ ਵਾਰ-ਵਾਰ ਯਾਦ ਆ ਰਿਹਾ ਹੈ ਅਨੰਦਪੁਰ ਸਾਹਿਬ ਦੀ ਜੰਗ ਵਿੱਚੋਂ ਕੀਤੀ ਹੋਈ ਹਾਰ। ਕਿਤਨਾ ਜਾਨੀ ਮਾਲੀ ਨੁਕਸਾਨ ਕਰਵਾਇਆ, ਕਿੰਨੇ ਦੁੱਖ ਭੋਗੇ, ਪਰ ਪ੍ਰਾਪਤੀ ਕੀ ਹੋਈ? ਸਰਸਾ ਦੇ ਕਿਨਾਰੇ ਤੋਂ ਹੋਈ ਨਮੋਸ਼ੀ, ਚਮਕੌਰ ਦੀ ਗੜੀ ਵਿੱਚੋਂ ਅਸਫਲਤਾ। ਇੱਕ ਇੱਕ ਚੀਜ਼ ਉਹਨੂੰ ਬਾਰ-ਬਾਰ ਪਰੇਸ਼ਾਨ ਕਰਦੀ ਹੈ। ਆਪਣੀ ਫੌਜ ਦੇ ਜਰਨੈਲਾਂ ਨੂੰ ਕੀ ਬਹਾਦਰ ਕਵਾਂ, ਕੀ ਯੋਧੇ ਕਵਾਂ, ਜਿਨ੍ਹਾਂ ਦੇ ਕੋਲੋਂ ਇੱਕ ਗੱਲ ਪੂਰੀ ਨਾ ਹੋ ਸਕੀ। ਉਹ ਕਿੱਡੇ ਮਹਾਨ ਹੋਣਗੇ ਸਿੱਖ, ਜਿਹੜੇ ਥੋੜ੍ਹੇ ਜਿਹੇ ਹੋ ਕੇ ਵੀ ਸਾਨੂੰ ਗੁਰੂ ਤੱਕ ਪਹੁੰਚਣ ਨਹੀਂ ਦਿੱਤਾ। ਸਾਡੇ ਯੋਧਿਆਂ ਦੀਆਂ ਲੱਖਾਂ ਸਹੂਲਤਾਂ ਵੀ ਕਿਸੇ ਕੰਮ ਨਾ ਆਈਆਂ, ਇੱਕ ਗੁਰੂ ਗੋਬਿੰਦ ਸਿੰਘ ਨੂੰ ਪਕੜ ਨਾ ਸਕੇ। ਲੰਮੀ ਲਿਸਟ ਹੈ ਇੱਕ ਉਹਦੀ ਅਸਫਲਤਾ ਦੀ। ਉਹ ਆਪਣੇ ਮਹਿਲਾਂ ਵਿੱਚ ਭਟਕਦਾ ਫਿਰਦਾ ਹੈ। ਅਚਾਨਕ ਸੁਨੇਹਾ ਮਿਲਿਆ, ਕੋਈ ਮਿਲਣ ਆਇਆ। ਵਜ਼ੀਰ ਖਾਂ ਕਹਿਣ ਲੱਗਿਆ, ਮੈਂ ਕਿਸੇ ਨੂੰ ਨਹੀਂ ਮਿਲਣਾ। ਦਰਬਾਰੀਆਂ ਨੇ ਦੱਸ ਦਿੱਤਾ, ਗੰਗੂ ਜਾਨੀ ਖਾਂ ਤੇ ਮਾਨੀ ਖਾਂ ਨਹੀਂ ਮਿਲਣਾ ਚਾਹੁੰਦੇ, ਬਹੁਤ ਪਰੇਸ਼ਾਨ ਨੇ। ਫਿਰ ਸੁਨੇਹਾ ਭੇਜਿਆ ਅੰਦਰ,
ਅੱਜ ਤੇਰੀਆਂ ਸਮੁੱਚੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ, ਅੱਜ ਤੇਰੀਆਂ ਸਮੁੱਚੀਆਂ ਅਸਫਲਤਾਵਾਂ ਖਤਮ ਹੋ ਜਾਣਗੀਆਂ। ਤੂੰ ਸਫਲ ਹੋਇਆ ਸਮਝੇਗਾ ਆਪਣੇ ਆਪ ਨੂੰ। ਇੱਕ ਵਾਰੀ ਮਿਲ ਤੇ ਲੈ। ਗੱਲ ਅਸੀਂ ਉਹਨੂੰ ਇਹ ਦੱਸਣੀ ਹੈ। ਕਹਿਣ ਲੱਗੇ ਠੀਕ ਹੈ। ਅੰਦਰ ਬੁਲਾਇਆ। ਕੰਗੂ ਪਾਪੀ ਸਲਾਮਾਂ ਕਰਕੇ ਕਹਿਣ ਲੱਗਿਆ, ਜਿਸ ਗੁਰੂ ਨੂੰ ਪਕੜਨ ਦੀ ਕਾਮਯਾਬੀ ਨਾ ਮਿਲ ਸਕੀ, ਉਹਦੀ ਮਾਂ ਅਤੇ ਉਹਦੇ ਬੱਚੇ ਮੇਰੇ ਕੋਲ ਨੇ। ਤੁਸੀਂ ਗੁਰੂ ਗੋਬਿੰਦ ਸਿੰਘ ਮਗਰ ਕੀ ਕਰਨ ਜਾਣਾ ਹੈ? ਹੁਣ ਗੁਰੂ ਗੋਬਿੰਦ ਸਿੰਘ ਤੁਹਾਨੂੰ ਭਾਲਦਾ ਫਿਰੇਗਾ, ਉਹ ਤਰਲੇ ਲਵੇਗਾ। 7 ਸਾਲ ਤੇ 9 ਸਾਲ ਦੇ ਬੱਚੇ ਲਈ ਕੌਣ ਬਾਪ ਹੈ ਦੁਨੀਆ ਦਾ ਜਿਹੜਾ ਤੜਫੇਗਾ ਨਹੀਂ, ਵਾਪਸ ਨਹੀਂ ਆਏਗਾ? ਉਹਦੀ 82 ਸਾਲ ਦੀ ਬਜ਼ੁਰਗ ਮਾਤਾ, ਉਹਦੀ ਖਾਤਰ ਉਹ ਕਿਉਂ ਨਾ ਆਏਗਾ? ਜ਼ਰੂਰ ਆਏਗਾ। ਕਹਿਣ ਲੱਗੇ ਉਹ ਕਿੱਥੇ ਨੇ? ਕਹਿਣ ਲੱਗੇ ਉਹ ਮੋਰਿੰਡੇ ਥਾਣੇ ਵਿੱਚ ਨੇ, ਕੋਤਵਾਲੀ ਵਿੱਚ ਨੇ, ਅਸੀਂ ਪਕੜੇ ਹੋਏ ਨੇ। ਵਜ਼ੀਰ ਖਾਨ ਨੇ ਬੜੇ ਧਿਆਨ ਨਾਲ ਗੱਲ ਸੁਣੀ। ਕਹਿਣ ਲੱਗੇ ਜਲਦੀ ਜਾਵੋ, ਉਹਨਾਂ ਨੂੰ ਲੈ ਕੇ ਆਵੋ। ਹੁਣ ਚੇਤੇ ਰੱਖਿਓ, ਉਹ ਵਾਪਸ ਆ ਗਏ ਨੇ। ਘੋੜਿਆਂ ਦੇ ਉੱਤੇ ਸਫ਼ਰ ਹੁੰਦਾ ਸੀ। ਵਾਪਸ ਆ ਕੇ ਫਿਰ ਦੁਬਾਰੇ ਲੈ ਕੇ ਮੋਰਿੰਡੇ ਤੋਂ ਸਰਹੰਦ ਪਹੁੰਚੇ ਨੇ। ਜਦੋਂ ਤੱਕ ਪਹੁੰਚਿਆ ਉਦੋਂ ਤੱਕ ਸ਼ਾਮ ਹੋਣ ਵਾਲੀ ਹੈ। ਇਉਂ ਕਹਿ ਲਓ ਅੱਜ ਦੀ ਭਾਸ਼ਾ ਵਿੱਚ ਵੀ 4-5 ਵਜੇ ਦਾ ਵਕਤ ਹੋਵੇਗਾ। ਵਜ਼ੀਰ ਖਾਨ ਨੇ ਕਚਹਿਰੀ ਲਾਈ ਹੋਈ ਹੈ। ਅੱਜ ਆਪਣੇ ਜਰਨੈਲ, ਆਪਣੇ ਸਾਰੇ ਮੁਖੀਏ ਸੱਦੇ ਹੋਏ ਨੇ। ਜਿਹੜਾ ਕੰਮ ਤੁਸੀਂ ਨਹੀਂ ਕਰ ਸਕੇ ਉਹ ਤੁਹਾਨੂੰ ਮੈਂ ਕਰਕੇ ਦਿਖਾਉਣਾ ਹੈ। ਮਨ ਵਿੱਚ ਵਿਚਾਰ ਹੈ, ਛੋਟੇ ਛੋਟੇ ਬੱਚੇ ਨੇ, ਬਜ਼ੁਰਗ ਮਾਤਾ ਹੈ, ਲੰਮੇ ਸਮੇਂ ਦਾ ਪ੍ਰਸ਼ਾਦਾ ਨਹੀਂ ਮਿਲਿਆ, ਦੁੱਖਾਂ ਵਿੱਚ ਦਿਨ ਤੇ ਅੱਤ ਦੇ ਦੁੱਖਾਂ ਵਿੱਚ ਰਾਤ ਬੀਤੀ ਹੋਈ ਹੈ। ਠੰਡ ਪੈਂਦੀ ਕਹਿਰਾਂ ਦੀ, ਘਰ ਘਾਟ ਕੋਈ ਨਹੀਂ, ਅੱਗੇ ਟਿਕਾਣਾ ਕੋਈ ਨਹੀਂ, ਨਾਲ ਸਹਾਰਾ ਕੋਈ ਨਹੀਂ, ਹਰ ਗੱਲੋਂ ਕਮਜ਼ੋਰ ਨੇ। ਮੈਨੂੰ ਲੱਗਦਾ ਕਚਹਿਰੀ ਵਿੱਚ ਪਹਿਲਾ ਪੈਰ ਰੱਖਦੀਆਂ ਹੀ ਉਹਨੇ ਤਰਲੇ ਲੈਣ ਲੱਗ ਜਾਣਾ ਹੈ ਤੇ ਮੈਂ ਆਪਣੇ ਸਾਰੇ ਜਰਨੈਲਾਂ ਨੂੰ ਵਿਖਾਵਾਂਗਾ, ਇਹ ਵੇਖੋ ਇਹ ਬੱਚੇ ਜਿਹੜੇ ਤੜਫਦੇ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ। ਉਹ ਤਰਲੇ ਲੈਣਗੇ ਮੇਰੇ, ਉਹ ਮਿੰਨਤਾਂ ਕਰਨਗੇ ਮੇਰੀਆਂ। ਇਹ ਮਨ ਵਿੱਚ ਵਿਚਾਰ ਬਣਾ ਕੇ ਕਚਹਿਰੀ ਲਾ ਕੇ ਮੁਖੀ ਬੰਦਿਆਂ ਨੂੰ ਸੱਦ ਕੇ ਬੈਠਾ ਹੋਇਆ। ਬਾਹਰ ਸਾਹਿਬਜ਼ਾਦੇ ਆ ਗਏ, ਮਾਂ ਗੁਜਰ ਕੌਰ ਆ ਗਈ। ਰੱਥ ਵਿੱਚ ਕਈ ਕਹਿੰਦੇ ਨੇ ਲੈ ਕੇ ਆਏ। ਮਾਂ ਗੁਜਰ ਕੌਰ ਨੂੰ ਬਾਹਰ ਹੀ ਬਿਠਾ ਦਿੱਤਾ ਗਿਆ। ਬੱਚੇ ਦੇ ਨਾਲ ਕੋਈ ਵੱਡਾ ਹੋਵੇ ਤੇ ਬੱਚਾ ਡਰਦਾ ਨਹੀਂ ਹੁੰਦਾ। ਸੋਚਿਆ ਇਹਦੇ ਨਾਲ ਹੋਣਗੇ ਤੇ ਡਰਨਗੇ ਨਹੀਂ। ਉਹਨੂੰ ਮਾਂ ਗੁਜਰ ਕੌਰ ਨੂੰ ਬਾਹਰ ਹੀ ਬਿਠਾ ਦਿੱਤਾ। ਸਾਹਿਬਜ਼ਾਦਿਆਂ ਨੂੰ ਅੰਦਰ ਲੈ ਕੇ ਆਏ। ਜਿਉਂ ਅੰਦਰ ਲੈ ਕੇ ਆਏ, ਵਜ਼ੀਰ ਖਾਨ ਸੋਚਦਾ ਸੀ ਤਰਲੇ ਕਰਨਗੇ, ਪਰ ਉਹਨਾਂ ਆਉਂਦਿਆਂ ਸਾਰ ਉੱਚੀ ਸਾਰੀ ਜੈਕਾਰਾ ਲਾਇਆ ਤੇ ਗੱਜ ਕੇ ਫਤਿਹ ਬੁਲਾਈ। ਵਜ਼ੀਰ ਖਾਨ ਦੇ ਮੁਖ ਤੇ ਸਿਕਰੀ ਆ ਗਈ। ਹੈਰਾਨ ਹੋਇਆ, ਇਹ ਬੱਚੇ ਇਹ ਤੇ ਡਰਨ ਦੀ ਬਜਾਏ ਸਗੋਂ ਹੋਰ ਵੀ ਚੜ੍ਹਦੀ ਕਲਾ 'ਚ ਨੇ। ਬਹੁਤ ਕ੍ਰੋਧਿਤ ਹੋ ਕੇ, ਲਾਲ ਪੀਲਾ ਹੋ ਕੇ ਆਪਣੀ ਕੁਰਸੀ ਤੋਂ ਉੱਠਿਆ। ਦੋਵੇਂ ਮੁੱਠੀਆਂ ਜ਼ੋਰ ਨਾਲ ਬੰਦ ਕੀਤੀਆਂ, ਦੰਦ ਕਰੀਚ ਕੇ ਕਹਿਣ ਲੱਗਾ, ਤੁਸੀਂ ਮੈਨੂੰ ਨਹੀਂ ਜਾਣਦੇ, ਤੁਸੀਂ ਮੈਨੂੰ ਨਹੀਂ ਜਾਣਦੇ। ਚਰਨ ਸਿੰਘ ਸਫਰੀ ਦੇ ਬੋਲ ਨੇ ਬੜੇ ਪਿਆਰੇ। ਕਹਿਣ ਲੱਗਾ, ਗੁੱਸੇ ਵਿੱਚ ਲਾਲ ਪੀਲੀਆਂ ਅੱਖਾਂ ਕਰਕੇ ਕਹਿਣ ਲੱਗਾ, ਮੈਂ ਸੂਬਾ ਸਰਹੰਦ ਦਾ, ਤੁਸੀਂ ਨਿਕੜੇ ਨਿਕੜੇ ਬਾਲ, ਮੇਰੇ ਮੱਥੇ ਤਿੜਕਣ ਤਿਉੜੀਆਂ, ਮੇਰਾ ਗੁੱਸਾ ਬੜਾ ਚੰਡਾਲ, ਤੁਸੀਂ ਆਕੜ ਆਕੜ ਕੇ ਬੋਲਦੇ, ਮੈਂ ਜੋ ਜੋ ਕਰਾਂ ਸਵਾਲ, ਜੇ ਬਾਜ ਨਹੀਂ ਆਉਣਾ ਬੱਚਿਓ
ठोडा कोजू मंदड़ा हाल। कहन लगे तुसी मेरे क्रोध नूं नहीं जानदे, तुसी मेरे गुस्से नूं नहीं समझदे, तुहाडा बहुत बुरा हाल होवेगा जे तुसी ना मन्निया। अगे हुण साहिबजादे बड़ा प्यारा जवाब देंदे ने। कहन लगे भले अपने बारे दसी जाना, साडी भी सुन लै। ओए असी कलगीधर दे लाडले ते मां जीतां दे लाल। ओए असी कलगीधर दे लाडले ते मां जीतां दे लाल। साडे शेरां वर्गे हौसले, साडी हाथियां वर्गी चाल। जो नहीं भी करना सूबिया ओ कर ले साडे नाल। तू किवें भी बदल नहीं सकदा साडा सिੱਖੀ ਵੱਲੋਂ ख्याल। कहन लगे साडियां उमरां ना वेखी, साडा विरसा देखी। ओए असी शहीदां दे विरसिਆਂ विचों है। साडियां उमरां ना देखी, साडी तू जीवन विच उस अपने दादे पड़दादे दियां दित्तियां होईयां सिੱਖਿਆਵਾਂ नूं वेखी। तू जो नहीं भी करना ना, तू वो भी करके वेख लई ते तेरे वल्लों जिन्ना मर्जी कहर ढा के वेख लई। चेता रखी तू साडा ख्याल नहीं बदल सकदा। मैं एक पल तुहानूं लेके जाना है लाहौर की धरती ते। जदों गुरु अर्जन पातशाह जी महाराज नूं तत्ती तवी ते बिठा के शहीद करन लगे ने ना, तो उदों सतगुरां एक वचन कहा सी बड़े कमाल दा। कहन लगे भलिया तैनूं कसम जे जुल्म तो करें तोबा। तैनूं कसम लगे जे तू जुल्म करदा थक जाए। तैनूं कसम जे जुल्म तो करें तोबा। सानू कसम जे असी फरियाद करिए सदा सबर की जबर तो जितदा है। इसे लई खुदा नू याद करिए। अज सबर ते जबर की जंग है। अज मैं तेनू दिखाना चाहना सबर जित जाता है, हर बारी जबर हार जाता है। साहिबजादियां दा विरसा है, उन्हां दा पिछोकड़ है। कहन लगे जो तेरा जी करदा ना वो साडे नाल करी। वजीर खां सारियां दे सामने बहुत शर्मिंदा होया। फिर गुस्से विच बोलदा है, कहन लगे आओ भलियो मैं तुहाडियां मिन्नतां क्यों करां? मैं क्यों कमां मेरी न मन्नो? मैनू आस है सवेर होण तक तुसी ये जिहड़े ख्याल बनाई बैठे हो ना सब भुल जाने ने। तुहानूं तुसी उडीकोगे अज दी रात नूं कदों सवेर हुंदी है, कदों कचहरी लगदी है ते कदों मुड़ के साडी गल कोई पुछदा है ते तुसी अज दी रात नूं उडीकोगे। अज दी रात मैं कहर दी रात बना देंगा। वजीर खां कहन लगा अपने कर्मचारियों नूं, कहन लग्या इन्हां तिन्नां नूं ठंडे बुरज विच कैद कर दिओ। सरहंद दे दुआले 8 बुरज हुंदे सन। जदों सरहंद ढाई गई है, मैं कहना किड्डे सियाणे होणगे साडी कौम दे ओ लीडर, वो साडी कौम दे मुखिए किड्डे सियाणे होणगे। उन्हां 7 बुरज ढा दिते, 8वां बुरज नहीं सी ढाया। ये 8वां बुरज नहीं सी ढाया, ये हुण ढाया। 8वां बुरज 140 फुट उच्चा सी। ਇਹਦੇ कोल दी नदी वगदी सी जिहदा ठंडा पानी, पानी ज़्यादा होवे ना वो भी सर्दियों में निघा रह जाता है। ਇਹਦਾ थोड़ा पानी वगदा सी। ਇਹਦਾ ठंडा पानी, ठंडियां लहरां ते उस ठंडे बुरज नूं होर भी ठंडा करदियां सन। मां गुजर कौर नूं अते दोवें साहिबजादियां नूं 140 फुट ऊंचा, तुसीं कई थावां ते टावर बने देखे होणगे, बहुत उच्चे बने हुंदे ने, उत्ते एक छोटा जिहा कमरा हुंदा है, इवें दा समझ लो। जदों कोई दिल्ली तो
ਲਾਹੌਰ ਜਾਂਦਾ ਸੀ ਉਦੋਂ ਵੀ ਉਹ ਸਰਹੰਦ ਰੋਕ ਕੇ ਜਾਂਦਾ ਸੀ। ਜਦੋਂ ਕੋਈ ਲਾਹੌਰ ਤੋਂ ਦਿੱਲੀ ਜਾਂਦਾ ਸੀ ਉਹ ਉਦੋਂ ਵੀ ਸਰਹੰਦ ਰੋਕ ਕੇ ਜਾਂਦਾ ਸੀ। ਜਦੋਂ ਅੱਤ ਦੀਆਂ ਗਰਮੀਆਂ ਹੁੰਦੀਆਂ ਸੀ ਤਾਂ ਇਹ ਠੰਡੇ ਬੁਰਜ ਵਿੱਚ ਬੈਠਿਆ ਕਰਦੇ ਸਨ। ਸਰਦੀਆਂ 'ਚ ਬੰਦ ਰਹਿੰਦਾ ਸੀ, ਸਰਦੀਆਂ 'ਚ ਕੋਈ ਨਹੀਂ ਸੀ ਜਾਂਦਾ। ਮਾਂ ਗੁਜਰ ਕੌਰ ਨੂੰ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਜੇ ਆਪਾਂ ਹੋਰ ਕੁਝ ਨਹੀਂ ਤੇ ਠੰਡ ਦਾ ਅਹਿਸਾਸ ਤੇ ਆਪਾਂ ਕਰਦੇ ਹੀ ਹੈ ਨਾ। ਠੰਡ ਦਾ ਤੇ ਆਪਾਂ ਨੂੰ ਪਤਾ ਹੀ ਹੈ ਨਾ ਵੀ ਠੰਡ ਕਿਹੋ ਜਿਹੀ ਚੰਦਰੀ ਹੁੰਦੀ ਹੈ। ਠੰਡੇ ਬੁਰਜ ਵਿੱਚ ਕੈਦ ਨੇ। ਮਾਂ ਗੁਜਰ ਕੌਰ ਨੇ ਫਤਿਹ ਸਿੰਘ ਨੂੰ ਸੱਜੇ ਗੋਡੇ ਤੇ ਬਿਠਾ ਲਿਆ, ਬਾਬਾ ਜ਼ੋਰਾਵਰ ਸਿੰਘ ਨੂੰ ਖੱਬੇ ਗੋਡੇ ਤੇ ਬਿਠਾ ਲਿਆ। ਜਿਹੜਾ ਸਿਰ ਦੇ ਉੱਤੇ ਕੱਪੜਾ ਹੈ ਉਹਦੇ ਨਾਲ ਹੀ ਦੋਨੇ ਪੋਤਰਿਆਂ ਨੂੰ ਘੁੱਟ ਕੇ ਉੱਤੇ ਲਪੇਟ ਕੇ ਸੀਨੇ ਨਾਲ ਲਾ ਲਿਆ। ਦੋਵੇਂ ਹੁਣ ਪੋਤਰੇ ਆਪਸ ਵਿੱਚ ਹੀ ਗੱਲਾਂ ਕਰਦੇ ਨੇ। ਦਾਦੀ ਸੇ ਬੋਲੇ, अपने सिपाही किधर गए? दरिया पे हमें छोड़कर राही किधर गए? तड़फा के खाए सूरतें माही किधर गए? अब्बा भगाकर लश्करे शाही किधर गए? अल्लाह यार खां चौकी ते बोलने। कहन लगे कित्थे गए दादी? सानू मुड़ के किन्ने ही दिन हो गए विछड़िया नूं, कोई खबर सुध नहीं। बाबा जोरावर सिंह कहन लगे नहीं आउणगे जरूर। रण जब जीत अजीत कर तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हमको गले लगा के कहेंगे बार बार मान जाओ, लेकिन हम नहीं मानेंगे जिनहार। जिनहार मतलब बिल्कुल भी नहीं। जदों आउणगे ना बच्चे ने उदों सानू आके मिलणगे, सानू मनाउणगे, असीं रुस जाना, उन्हां नाल मिलना नहीं, इतराज करांगे अपना। फिर घड़ी क पल मगरों फिर आपे फतेह सिंह कहन लगा नहीं वीरा, पहले ही तो विछड़े हुए हैं, जे मिल गए फिर गुस्से होके बैठ गए, नाराज होके बैठ गए। नहीं, मिल तो पवांगे पर उन्हां नाल इकरार करांगे भी अगे नूं कदे मैं छड्ड के नहीं जाना। इकरार लेंगे सबसे ना बुलाना फिर कभी, बारे दिगर बिछड़ कर ना जाना फिर कभी, हमको अकेले छोड़ कर ना जाना फिर कभी। कहन लगे उन्हां सारियां तो इकरार लवांगे, पुछांगे उन्होंने। बच्चों की गुफ्तगू सुनी जो दादी जान ने। दोने बच्चियां नूं गल्लां करदियां सुन के दादी मां गुजर कौर, बच्चों की गुफ्तगू सुनी जो दादी जान ने, बेअख्तियार रो दिया उस वाला शान ने। दोनों दे मुख चुम के कहन लगी पुतवे तुसी मलाप दियां गल्लां करदे हो, मलाप बारे सोचना है ते दादे दे मलाप दी गल सोचो, अकाल पुरख दे मलाप दी गल सोचो। दादी ने ध्यान पासे पाउण वास्ते कहन लगी पुत आओ मैं तुहानू निग दियां, आओ मैं तुहानू निग दियां। बाबा फतेह सिंह दादी दे चेहरे वाल वेखदा, हल्का जिहा दीवा जगदा है। कहन लगे दादी अज तक कदे झूठ नहीं बोली, अज क्यों बोलदी है? दादी कहन लगी पुत अज की झूठ बोले है? कहन लगे मां, दादी मां जेड़े बुरज का नाम भी ठंडा बुरज है, इत्थे ना कोई भारी कपड़ा ना कोई अग ना कोई सेक, ते कादा निग देंगी दादी?
ਦਾਦੀ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੀ, ਪੁੱਤਰੋ ਸੱਚ ਦੇ ਪਾਂਧੀਆਂ ਨੂੰ ਕਦੇ ਰਜਾਈਆਂ ਦੇ ਨਿੱਕ ਨਹੀਂ ਮਿਲਦੇ, ਸੱਚ ਦੇ ਰਾਹੀਆਂ ਨੂੰ ਕਦੇ ਅੱਗ ਦੇ ਨਿੱਕ ਨਹੀਂ ਮਿਲਦੇ। ਮੈਂ ਅੱਜ ਤੁਹਾਨੂੰ ਨਿੱਕ ਦਿਆਂਗੀ। ਧੰਨ ਗੁਰੂ ਅਰਜਨ ਪਾਤਸ਼ਾਹ ਦੀ ਤੱਤੀ ਤਵੀ ਤੋਂ ਲੈ ਕੇ ਅੱਜ ਮੈਂ ਤੁਹਾਨੂੰ ਨਿੱਕ ਦਿਆਂਗੀ। ਉਹਦੀ ਉਬਲਦੀ ਸੀਸ ਵਿੱਚ ਪਾਈ ਹੋਈ ਰੇਤ ਤੋਂ ਲੈ ਕੇ ਅੱਜ ਮੈਂ ਤੁਹਾਨੂੰ ਨਿੱਕ ਦਿਆਂਗੀ। ਉਸ ਉਬਲਦੀ ਕੋਈ ਦੇਗ ਵਿੱਚ ਜਿਹਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਨੂੰ ਉਬਾਲਿਆ ਸੀ, ਮੈਂ ਉਹਨੂੰ ਕਹਾਂਗੀ, ਉਹ ਅੱਜ ਤੇਰੇ ਪਰਿਵਾਰ ਵਿੱਚੋਂ ਫਿਰ ਨਿੱਕ ਦੀ ਲੋੜ ਹੈ। ਮੈਂ ਆਪਣੇ ਪੋਤਰਿਆਂ ਦੇ ਹੱਡ ਸੇਕ ਲਵਾਂ, ਮੈਨੂੰ ਅੱਜ ਤੱਤੀ ਤਵੀ ਦਾ ਨਿੱਕ ਦੇ ਦੇ ਦਾਤਿਆ। ਦਾਦੀ ਨੇ ਧੰਨ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਸੁਣਾਈ। ਸਾਰੇ ਪਾਸੇ ਚੁੱਪ ਛਾਂ ਵਰਤੀ ਹੋਈ ਏ। ਅਚਾਨਕ ਠੰਡੇ ਬੁਰਜ ਦਾ ਬੂਹਾ ਖੜਕਿਆ। ਜਦੋਂ ਬੂਹਾ ਖੜਕਿਆ, ਦਾਦੀ ਨੂੰ ਲੱਗਿਆ ਕਿਤੇ ਪਾਪੀ ਰਾਤ ਨੂੰ ਕੋਈ ਭਾਣਾ ਨਾ ਵਰਤਾ ਦੇਣ। ਦਾਦੀ ਬੋਲ ਉੱਠੀ, ਕਹਿਣ ਲੱਗੇ, ਕੌਣ ਹੋ ਤੁਸੀਂ? ਰਾਤ ਨੂੰ ਕਿਉਂ ਬੂਹਾ ਖੋਲਦੇ ਹੋ? ਅਚਾਨਕ ਦਾਦੀ ਦੀ ਗੱਲ ਦਾ ਜਵਾਬ ਤੇ ਕਿਸੇ ਨਾ ਦਿੱਤਾ, ਪਰ ਇੱਕ ਮੂੰਹ ਸਿਰ ਲਪੇਟਿਆ ਹੋਇਆ ਉੱਚਾ ਲੰਮਾ ਜਵਾਨ ਉਹਨੇ ਆ ਕੇ ਦਾਦੀ ਦੇ ਚਰਨਾਂ 'ਚ ਮੱਥਾ ਟੇਕਿਆ। ਕੁਝ ਲਪੇਟਿਆ ਹੋਇਆ ਸਾਹਮਣੇ ਰੱਖ ਦਿੱਤਾ। ਬੜਾ ਦਿਲ ਕਰੜਾ ਕਰਕੇ ਆਪਣੇ ਆਪ ਨੂੰ ਸੰਭਾਲ ਕੇ ਕਹਿਣ ਲੱਗਾ, ਮਾਂ ਮੇਰਾ ਨਾਮ ਮੋਤੀ ਮਹਿਰਾ ਹੈ। ਦਿਲ ਤੇ ਕਰਦਾ ਸੀ ਤੈਨੂੰ ਬਹੁਤ ਸੁੱਖਾਂ 'ਚ ਰੱਖਦਾ, ਦੁਨੀਆ ਨੂੰ ਸੁੱਖ ਦੇਣ ਵਾਲੀ ਏ। ਦਿਲ ਤੇ ਕਰਦਾ ਸੀ ਤੈਨੂੰ ਬਹੁਤ ਸੁੱਖਾਂ 'ਚ ਰੱਖਦਾ, ਪਰ ਪਾਪੀ ਦਾ ਹੁਕਮ ਹੈ, ਮੈਂ ਵੀ ਇੱਥੇ ਸਰਕਾਰੀ ਨੌਕਰ ਹੈ ਮਾਂ, ਪ੍ਰਸ਼ਾਦਾ ਪਾਣੀ ਨਹੀਂ ਲਿਆ ਸਕਿਆ। ਆ ਥੋੜਾ ਜਿਹਾ ਦੁੱਧ ਲੈ ਕੇ ਆਇਆ। ਇਹ ਦੁੱਧ 'ਚ ਕੁਛ ਵੀ ਨਹੀਂ, ਪਰ ਹੋ ਸਕਦਾ ਕੁਝ ਨਿੱਕ ਮਿਲ ਜਾਏ। ਗਰਮ ਗਰਮ ਦੁੱਧ ਮਾਂ ਥੋੜਾ ਜਿਹਾ ਤੂੰ ਪੀ ਲੈ, ਆਪਣੇ ਪੋਤਰੀਆਂ ਨੂੰ ਪਿਲਾ ਦੇ। ਦਾਦੀ ਨੇ ਉਹ ਦੁੱਧ ਪੋਤਰੀਆਂ ਨੂੰ ਪਿਲਾਇਆ। 2 ਘੁੱਟਾਂ ਆਪ ਪੀ ਲਿਆ। ਮੋਤੀ ਮਹਿਰਾ ਮੱਥਾ ਟੇਕ ਕੇ ਤੁਰ ਚੱਲਾ। ਕਹਿਣ ਲੱਗਿਆ, ਮਾਂ ਮੈਂ ਕੱਲ ਆਵਾਂਗਾ। ਦਾਦੀ ਨੇ ਤਰਲੇ ਲਈ, ਕਹਿੰਦੀ, ਪੁੱਤ ਵੇ ਵਾਸਤਾ ਜੇ ਰੱਬ ਦਾ ਕੱਲ ਨਾ ਆਵੀਂ। ਅਸੀਂ ਪਤਾ ਨਹੀਂ ਕਿੰਨਾ ਕੁ ਵਕਤ ਰਹਿਣਾ ਹੈ, ਤੂੰ ਕੱਲ ਨਾ ਆਵੀਂ। ਕਹਿਣ ਲੱਗੇ, ਦਾਦੀ ਮੇਰੀ ਸੇਵਾ 'ਚ ਕੀ ਕਮੀ ਰਹਿ ਗਈ? ਮਾਂ ਮੇਰੀ ਸੇਵਾ 'ਚ ਕੀ ਕਮੀ ਰਹਿ ਗਈ? ਕੱਲ ਕਿਉਂ ਨਾ ਆਵਾਂ? ਕਹਿਣ ਲੱਗੀ, ਪੁੱਤ ਵੇ ਮੈਂ ਕਿੰਨੇ ਕੁ ਪੋਤਰੇ ਵਾਰਾਂਗੀ, ਮੈਂ ਕਿੰਨੇ ਕੁ ਪੋਤਰੇ ਵਾਰਾਂਗੀ। ਇਹ ਪੋਤਰੇ ਜਦੋਂ ਜਿਹੜੇ ਤੇਰੇ ਬੱਚੇ ਨੇ ਉਹ ਵੀ ਮੇਰੇ ਪੋਤਰੇ ਹੀ ਨੇ। ਜਦੋਂ ਜ਼ਾਲਮਾਂ ਨੂੰ ਪਤਾ ਲੱਗਣਾ ਹੈ, ਉਹਨਾਂ ਤੋਂ ਦੁੱਧ ਨਹੀਂ ਪਿਲਾਉਣਾ ਜਿੰਨਾ ਉਹਨਾਂ ਤੇਰਾ ਲਹੂ ਨਿਚੋੜ ਲੈਣਾ ਹੈ। ਮੈਂ ਇੱਥੇ ਹੀ ਗੱਲ ਸਪਸ਼ਟ ਕਰਦੇ ਹਾਂ ਤਾਂ ਕਿ ਸਮਝ ਆਉਣੀ ਸੌਖੀ ਹੋ ਜਾਏ। ਯਾਦ ਰੱਖਿਓ, ਜਦੋਂ ਪਤਾ ਲੱਗਿਆ ਸੀ ਨਾ ਵੀ ਮੋਤੀ ਮਹਿਰੇ ਨੇ ਦੁੱਧ ਪਿਲਾਇਆ, ਉਹਦੇ ਪਰਿਵਾਰ ਨੂੰ ਕੋਲੂ ਵਿੱਚ ਪੀੜਿਆ ਸੀ। ਯਾਦ ਰੱਖਿਓ ਜੀ, ਜਦੋਂ ਕੋਲੂ ਵਿੱਚ ਪੀੜਿਆ ਗਿਆ, ਉਹਦੇ ਜਵਾਨ ਪੁੱਤ ਨੂੰ ਚੁੱਕ ਕੇ ਕੋਲੂ ਵਿੱਚ ਸਿੱਟਿਆ ਗਿਆ। ਕੋਲੂ ਵਿੱਚ ਉਹਦੀਆਂ ਕਾੜ ਕਾੜ ਕਰਕੇ ਹੱਡੀਆਂ ਟੁੱਟੀਆਂ, ਤੇ ਜਿੱਥੇ ਨੂੰ ਤੇਲ ਨਿਕਲਦਾ ਉੱਥੋਂ ਦੀ ਉਸ ਮੋਤੀ ਮਹਿਰੇ ਦੇ ਪੁੱਤ ਦਾ ਲਹੂ ਨਿਕਲਿਆ। ਭੱਜ ਕੇ ਜਾ ਕੇ ਦੇਖਦਾ, ਧਾਹਾਂ ਮਾਰ ਕੇ ਰੋ ਉੱਠਿਆ। ਸਿਪਾਹੀ ਪਕੜਦੇ ਨੇ, ਤੈਨੂੰ ਪਹਿਲੋਂ ਕਿਹਾ ਸੀ, ਹੁਣ ਜੋ ਪਛਤਾਉਣਾ। ਕਹਿਣ ਲੱਗਿਆ, ਪਛਤਾਉਂਦਾ ਨਹੀਂ। ਫਿਰ ਰੋਂਦਾ ਕਿਉਂ ਹੈ? ਕਹਿੰਦੇ, ਰੋਂਦਾ ਤਾਂ ਹੈ, ਮਾਂ ਗੁਜਰ ਕੌਰ ਦੀਆਂ ਗੱਲਾਂ ਯਾਦ ਆਉਂਦੀਆਂ ਨੇ। ਉਹ ਕਹਿੰਦੀ ਸੀ, ਪੁੱਤ ਵੇ ਤੂੰ ਉਹਨਾਂ ਦੁੱਧ ਨਹੀਂ ਪਿਲਾਉਣਾ ਜਿੰਨਾ ਤੇਰਾ ਲਹੂ ਨਿਚੋੜ ਲੈਣਾ।
ਉਹ ਮੇਰਾ ਤਾਂ ਤੁਸੀਂ ਮੈਨੂੰ ਦੁੱਖ ਇਸ ਗੱਲ ਦਾ ਨਹੀਂ, ਮੇਰਾ ਸਾਰਾ ਪਰਿਵਾਰ ਕੋਲੂ ਰਾਹੀਂ ਪੀੜਨ ਲੱਗੇ ਹੋ, ਮੈਨੂੰ ਇੰਨਾ ਦੁੱਧ ਤਾਂ ਪਿਲਾ ਲੈਣ ਦਿੰਦੇ। ਉਹਨਾਂ ਦੁੱਧ ਨਹੀਂ ਪਿਲਾਉਣ ਦਿੱਤਾ ਜਿੰਨਾ ਤੁਸੀਂ ਲਹੂ ਨਿਚੋੜਨ ਲੱਗੇ ਹੋ। ਬਹੁਤ ਸ਼ਹਾਦਤਾਂ ਨੇ ਜਿਹੜੀਆਂ ਅਜੇ ਸਾਡੀਆਂ ਅੱਖੋਂ ਪਰੋਖੇ ਨੇ। ਦਾਦੀ ਕਹਿਣ ਲੱਗੀ, ਪੁੱਤ ਵੇ ਕੱਲ ਨਾ ਆਵੀਂ। ਮੋਤੀ ਮਹਿਰਾ ਚਲਾ ਗਿਆ। ਸਵੇਰ ਹੋਈ ਹੈ, ਬਾਣੀ ਪੜ੍ਹਦੇ ਹਾਂ, ਰੱਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਦਾਦੀ ਨੇ ਫਿਰ ਅੱਜ ਆਪਣੇ ਪੋਤਰਿਆਂ ਨੂੰ ਤੋਰਿਆ। ਇਹ ਦੂਸਰਾ ਦਿਨ ਹੈ। ਕਚਹਿਰੀ ਵਿੱਚ ਪੋਤਰੇ ਗਏ ਨੇ। ਕਚਹਿਰੀ ਵਿੱਚ ਜਾ ਕੇ ਮੁਹੰਮਦ ਲਤੀਫ, ਉਹਨੇ ਬੜਾ ਪਿਆਰਾ ਇਤਿਹਾਸ ਲਿਖਿਆ। ਉਹ ਲਿਖਦੇ ਨੇ, ਕਹਿਣ ਲੱਗੇ ਜਦੋਂ ਪੋਤਰਿਆਂ ਨੂੰ ਲੈ ਕੇ ਗਏ ਤੇ ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਬੱਚੇ ਨੇ ਭਰਮਾਉਣ ਲਈ। ਕਹਿਣ ਲੱਗੇ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ? ਕਹਿਣ ਲੱਗੇ ਅਸੀਂ ਬਾਹਰ ਜੰਗਲਾਂ ਵਿੱਚ ਜਾਵਾਂਗੇ। ਕਹਿਣ ਲੱਗੇ ਤੁਹਾਡੇ ਪਿਤਾ ਮਾਤਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਹੈ। ਕਹਿਣ ਲੱਗੇ ਤਦ ਵੀ ਕੋਈ ਗੱਲ ਨਹੀਂ, ਅਕਾਲ ਪੁਰਖ ਸਾਡੇ ਨਾਲ ਹੈ। ਜੰਗਲਾਂ 'ਚ ਕੀ ਕਰੋਗੇ? ਕਹਿੰਦੇ ਫਿਰ ਦੁਬਾਰੇ ਸਿੰਘ ਸਜਾਵਾਂਗੇ। ਜਿੰਨਾ ਚਿਰ ਤੁਸੀਂ ਖਤਮ ਨਹੀਂ ਹੁੰਦੇ, ਜ਼ੁਲਮ ਕਰਨ ਵਾਲੇ, ਜ਼ੁਲਮ ਖਤਮ ਨਹੀਂ ਹੁੰਦਾ ਜਾਂ ਅਸੀਂ ਖਤਮ ਨਹੀਂ ਹੁੰਦੇ, ਉਹਨਾਂ ਚਿਰ ਜੰਗ ਇਵੇਂ ਹੀ ਰਹਿਣਾ ਹੈ। ਫਿਰ ਕੋਸ਼ਿਸ਼ ਕੀਤੀ, ਬਾਹਰ 3 ਦੁਕਾਨਾਂ ਲਾਈਆਂ। ਇੱਕ ਦੁਕਾਨ ਲਾਈ ਮਠਿਆਈ ਦੀ, ਇੱਕ ਦੁਕਾਨ ਲਾਈ ਕੱਪੜਿਆਂ ਦੀ, ਇੱਕ ਦੁਕਾਨ ਲਾਈ ਹਥਿਆਰਾਂ ਦੀ। ਸਭ ਤੋਂ ਪਿੱਛੇ ਬੱਚਿਆਂ ਨੂੰ ਲੈ ਕੇ ਚਲੇ ਗਏ, ਜੋ ਤੁਹਾਡਾ ਜੀ ਕਰਦਾ ਉਹ ਚੁੱਕ ਲਓ। ਪਿਆਰ ਵਾਲਿਓ, ਮੈਂ ਹੱਥ ਜੋੜ ਬੇਨਤੀ ਕਰਾਂ, ਇਹਨੂੰ ਕਥਾ ਨਾ ਸਮਝਿਆ ਕਰੀਏ। ਮੈਂ ਅਰਜ਼ ਕਰਾਂ, ਇਹ ਤਾਂ ਬੋਲ ਨੇ, ਇਹ ਤਾਂ ਪਰੋਸਣ ਦਾ ਢੰਗ ਹੈ, ਇਹ ਤਾਂ ਸ਼ਬਦਾਂ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦਾ ਵਸੀਲਾ ਹੈ। ਅਸਲ ਤਾਂ ਸਿੱਖਿਆ ਸਾਹਿਬਜ਼ਾਦਿਆਂ ਦੇ ਜੀਵਨ ਦੀ ਹੈ। ਜੇ ਮੈਨੂੰ ਆਸ ਹੈ ਸਾਡੇ ਬੱਚੇ ਕਾਰਟੂਨ ਦੇਖਦੇ ਨੇ ਤੇ ਉਹਨਾਂ ਦੀਆਂ ਨਕਲਾਂ ਕਰਨ ਲੱਗ ਪੈਂਦੇ ਨੇ, ਜੇ ਇਮਾਨਦਾਰੀ ਨਾਲ ਆਹ ਗੱਲ ਸੋਚ ਕੇ ਦੇਖਿਓ, ਮਾਂ ਗੁਜਰ ਕੌਰੇ ਤੇਰੀ ਗੋਦ ਵਿੱਚ ਕੀ ਹੋਵੇਗਾ? ਅੱਤ ਦੇ ਪਹਾੜਾਂ ਵਰਗੇ ਦੁੱਖਾਂ ਨਾਲ ਵੀ ਤੇਰੇ ਪੋਤਰਿਆਂ ਨੇ ਮੱਥਾ ਲਾ ਲਿਆ, ਪਰ ਡੋਲੇ ਨਹੀਂ। ਆਖਰ ਤੇਰੀ ਗੋਦ ਵਿੱਚ ਕੁਝ ਤੇ ਐਸਾ ਹੋਵੇਗਾ ਨਾ, ਅੱਜ ਉਹ ਵਾਲਾ ਜੋ ਤੇਰੀ ਗੋਦ ਵਿੱਚ ਸੁੱਖ ਹੈ ਅੱਜ ਦੀ ਮਾਂ ਨੂੰ ਦੇ। ਜੋ ਤੇਰੀ ਗੋਦ ਵਿੱਚ ਸੁੱਖ ਹੈ ਉਹ ਸੁੱਖ ਅੱਜ ਦੀ ਦਾਦੀ ਨੂੰ ਦੇ, ਅੱਜ ਦੀ ਨਾਨੀ ਨੂੰ ਦੇ, ਤਾਂ ਕਿ ਆਪਣੇ ਬੱਚਿਆਂ ਨੂੰ ਅਡੋਲ ਕਰ ਸਕੇ। ਕਮ ਸੇ ਕਮ 4 ਸਾਹਿਬਜ਼ਾਦਿਆਂ ਦੇ ਨਾਂ ਤਾਂ ਯਾਦ ਕਰਵਾ ਦਿਆ ਕਰੀਏ। ਮੈਂ ਆਪਣੀ ਗੱਲ ਵੱਲ ਚੱਲਾਂ। ਦੂਜੇ ਦਿਨ ਫਿਰ ਸਾਹਿਬਜ਼ਾਦੇ ਆਏ ਨੇ। ਉਹਨਾਂ ਨੂੰ ਮਠਿਆਈਆਂ ਦੀਆਂ ਦੁਕਾਨਾਂ 'ਤੇ ਲੈ ਕੇ ਆਏ, ਕੱਪੜਿਆਂ ਦੀਆਂ ਦੁਕਾਨਾਂ 'ਤੇ ਲੈ ਕੇ ਆਏ, ਹਥਿਆਰਾਂ ਦੀਆਂ ਦੁਕਾਨਾਂ 'ਤੇ ਲੈ ਕੇ ਆਏ। ਨਾ ਬੱਚਿਆਂ ਨੇ ਮਠਿਆਈ ਵੱਲ ਵੇਖਿਆ, ਠੰਡ ਪੈਂਦੀ ਹੈ, ਨਾ ਕੱਪੜਿਆਂ ਵੱਲ ਵੇਖਿਆ, ਹਥਿਆਰਾਂ ਵੱਲ ਵੇਖਿਆ। ਮਨੁੱਖਤਾ ਦਾ ਲਹੂ ਪੀਣ ਵਾਲਿਓ, ਅਸੀਂ ਤੁਹਾਨੂੰ ਟੱਕਰਦੇ ਰਵਾਂਗੇ। ਉਸੇ ਵੇਲੇ ਸਾਹਿਬਜ਼ਾਦਿਆਂ ਨੂੰ ਫਿਰ ਦੁਬਾਰੇ ਵਾਪਸ ਲੈ ਗਏ। ਕਈ ਤਰ੍ਹਾਂ ਦੇ ਲਾਲਚ, ਕਈ ਤਰ੍ਹਾਂ ਦੇ ਦੁੱਖ ਦਰਦ, ਆਖਰਕਾਰ ਸ਼ਾਮ ਨੂੰ ਵਾਪਸ ਲੈ ਗਏ। ਦਾਦੀ ਨੇ ਸਾਰੀ ਦਿਹਾੜੀ, ਜੇ ਦੇਖਣਾ ਹੋਵੇ ਨਾ ਵੀ ਕਿਵੇਂ ਕੱਟੀ ਹੈ, ਰੱਬ ਨਾ ਕਰੇ ਕਿਸੇ ਨਾਲ ਐਸਾ ਵਰਤੇ, ਪਰ ਕਿਸੇ ਦਾ ਬੱਚਾ ਆਪਰੇਸ਼ਨ ਹੋ ਰਿਹਾ ਹੋਵੇ ਨਾ, ਆਪਰੇਸ਼ਨ ਥੀਏਟਰ ਤੋਂ ਬਾਹਰ, ਹਾਲਾਂਕਿ ਬੱਚਾ ਤੇ ਡਾਕਟਰਾਂ ਕੋਲ ਹੁੰਦਾ ਹੈ ਨਾ, ਉੱਥੇ ਜ਼ਿੰਦਗੀ ਬਚਾਉਣ ਦਾ ਉਪਰਾਲਾ ਕਰਦੇ ਨੇ, ਫਿਰ ਵੀ ਮਾਂ ਬਾਪ ਨੂੰ
ਆਪਰੇਸ਼ਨ ਥੀਏਟਰ ਤੋਂ ਬਾਹਰ ਕਦੇ ਭਟਕਦਿਆਂ ਨੂੰ ਵੇਖਣਾ, ਜਿਉਂ ਦਰਵਾਜ਼ਾ ਖੜਕਦਾ ਹੈ ਨਾ ਤੇ ਉਹ ਭੱਜ ਕੇ ਕੋਲ ਜਾਂਦੇ ਨੇ, ਖਬਰ ਪੁੱਛੀਏ ਕੀ ਹਾਲ ਹੈ। ਦਾਦੀ ਠੰਡੇ ਬੁਰਜ ਵਿੱਚ ਕਦੇ ਸੱਜੇ ਪਾਸੇ ਵੇਖਦੀ ਹੈ, ਸ਼ਾਇਦ ਕੋਈ ਆਵਾਜ਼ ਆਵੇ ਮੇਰੇ ਪੋਤਰਿਆਂ ਦੀ। ਕਦੇ ਖੱਬੇ ਪਾਸੇ ਨੂੰ ਜਾ ਜਾ ਕੇ ਵੇਖਦੀ, ਸ਼ਾਇਦ ਕੋਈ ਆਵਾਜ਼ ਆ ਜਾਏ ਮੇਰੇ ਪੋਤਰਿਆਂ ਦੀ। ਸਵੇਰ ਦੇ ਲੈ ਕੇ ਗਏ ਹੋਏ ਨੇ ਪਾਪੀ ਕਚਹਿਰੀ ਵਿੱਚ, ਸ਼ਾਮ ਪੈ ਚੱਲੀ ਹੈ, ਕੀ ਵਰਤਿਆ ਹੋਵੇਗਾ। ਥੋੜੀ ਜਿਹੀ ਸੂਹ ਤੇ ਮਿਲ ਜਾਏ, ਮੈਨੂੰ ਸਬਰ ਤੇ ਆ ਜਾਏ। ਨਹੀਂ ਕੁਛ ਪਤਾ ਲੱਗਿਆ। ਸ਼ਾਮ ਦਾ ਵਕਤ ਆਇਆ, ਸਾਹਿਬਜ਼ਾਦੇ ਵਾਪਸ ਆਏ। ਦਾਦੀ ਨੇ ਦੋਨਾਂ ਨੂੰ ਸੀਨੇ ਨਾਲ ਲਾਇਆ, ਦੋਨਾਂ ਨੂੰ ਗੋਦ ਵਿੱਚ ਲੈ ਕੇ ਬੈਠ ਕੇ ਕਹਿਣ ਲੱਗੀ, ਪੁੱਤ ਠੰਡ ਬਾਹਰ ਵੀ ਬਹੁਤ ਹੈ, ਪਰ ਅੰਦਰ ਤੇ ਬੁਰਜ ਠੰਡਾ ਹੈ ਨਾ, ਤੁਹਾਡੇ ਦੰਦ ਕੜਕਣ ਲੱਗ ਪੈਣੇ, ਫਿਰ ਗੱਲ ਨਹੀਂ ਹੋਣੀ, ਮੇਰਾ ਮਨ ਬੜਾ ਤੜਫੇਗਾ। ਪੁੱਤ ਮੈਨੂੰ ਦੱਸ ਅੱਜ ਕਚਹਿਰੀ 'ਚ ਕੀ ਹੋਇਆ। ਇੰਨੀ ਗੱਲ ਪੁੱਛਣ ਦੀ ਦੇਰ ਸੀ, ਜ਼ੋਰਾਵਰ ਸਿੰਘ ਕਹਿਣ ਲੱਗੇ, ਦਾਦੀ ਮਾਂ ਸੱਚ ਕਰਕੇ ਜਾਣੀ, ਅੱਜ ਮੈਂ ਡਰ ਗਿਆ ਸੀ। ਪਹਿਲਾ ਦਿਨ ਹੈ, ਮੈਂ ਬਹੁਤ ਡਰ ਗਿਆ ਸੀ। ਦਾਦੀ ਦੇ ਕਲੇਜੇ ਧੂ ਪੈ ਗਈ। ਇਵੇਂ ਲੱਗਿਆ ਜਿਵੇਂ ਰੁੱਗ ਭਰ ਕੇ ਕਿਸੇ ਨੇ ਮੁੱਠੀ ਭਰ ਕੇ ਅੰਦਰਾਂ ਨੂੰ ਖਿੱਚ ਲਿਆ ਹੋਵੇ। ਕਹਿਣ ਲੱਗੀ, ਪੁੱਤ ਵੇ ਕਿਹੜੀ ਗੱਲੋਂ ਡਰ ਗਿਆ ਸੀ। ਮੈਂ ਤੇ ਤੈਨੂੰ ਸਬਕ ਹੀ ਨਿਰਭਉ ਦਾ ਪੜ੍ਹਾਇਆ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ, ਜੀ ਤਿਨ ਕਾ ਭਾਉ ਸਭ ਗਵਾਸੀ। ਤੇਰਾ ਤੇ ਦਾਦਾ ਕਹਿੰਦਾ ਹੁੰਦਾ ਸੀ, ਪੈ ਕਾਹੂ ਕੋ ਦੇਤ ਨੈ ਨਹਿ ਪੈ ਮਾਨਤ ਆਨ। ਤੂੰ ਡਰ ਕਿਹੜੀ ਗੱਲੋਂ ਗਿਆ ਸੀ। ਜ਼ਾਲਮਾਂ ਉੱਠੇ, ਉਹ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਹੋਣਗੇ, ਤੁਸੀਂ ਨਿੱਕੜੇ ਨਿੱਕੜੇ ਖਲੋਤੇ ਹੋਵੋਗੇ। ਸਭਨਾਂ ਦੇ ਕੋਲ ਹਥਿਆਰ ਹੋਣਗੇ, ਸਭਨਾਂ ਦੀਆਂ ਜ਼ੁਬਾਨਾਂ ਤੇ ਕੌੜੇ ਬਚਨ ਹੋਣਗੇ, ਸਭਨਾਂ ਦੀਆਂ ਅੱਖਾਂ ਵਿੱਚ ਗੁੱਸਾ ਹੋਏਗਾ, ਸਭਨਾਂ ਦੇ ਕਹਿਰ ਭਰੇ ਬੋਲ ਹੋਣਗੇ। ਕਹਿਣ ਲੱਗੇ, ਦਾਦੀ ਮੈਂ ਇਹਨਾਂ ਗੱਲਾਂ ਚੋਂ ਕਿਸੇ ਚੋਂ ਵੀ ਨਹੀਂ ਡਰਿਆ। ਫਿਰ ਪੁੱਤ ਕਿਹੜੀ ਗੱਲੋਂ ਡਰ ਗਿਆ ਸੀ। ਕਹਿਣ ਲੱਗੇ, ਦਾਦੀ ਮੈਂ ਤਾਂ ਡਰ ਗਿਆ, ਅੱਜ ਜਦੋਂ ਲੈ ਕੇ ਗਏ ਨਾ ਤੇ ਕਚਹਿਰੀ ਦੇ ਸਾਹਮਣੇ ਖਿਲਾਰ ਕੇ ਦਰਵਾਜ਼ਾ ਬੰਦ ਸੀ। ਕਚਹਿਰੀ ਦਾ ਦਰਵਾਜ਼ਾ ਬੰਦ ਸੀ। ਇੱਕ ਛੋਟੀ ਜਿਹੀ ਖਿੜਕੀ ਖੋਲੀ ਹੋਈ ਸੀ। ਉਹਦੀ ਛੋਟੀ ਜਿਹੀ ਖਿੜਕੀ ਦੇ ਵਿੱਚੋਂ ਮੈਨੂੰ ਤਾਂ ਦੂਰ ਖੜਾ ਦਿੱਤਾ ਸਿਪਾਹੀਆਂ ਪਕੜ ਕੇ, ਪਰ ਫਤਿਹ ਸਿੰਘ ਨੂੰ ਲੈ ਕੇ ਉਸ ਖਿੜਕੀ ਦੇ ਕੋਲ ਚਲੇ ਗਏ। ਖਿੜਕੀ ਦੇ ਵਿੱਚੋਂ ਇੱਕ ਸਿਪਾਹੀ ਨੀਵੀਂ ਪਾ ਕੇ ਅੰਦਰ ਦਰਬਾਰ ਨੂੰ ਲੰਘਿਆ। ਪਹਿਲਾਂ ਉਹਨੇ ਸਿਰ ਕੱਢਿਆ ਨੀਵਾਂ ਹੋ ਕੇ, ਤੇ ਫਿਰ ਉਹਨੇ ਆਪਣੇ ਪੈਰ ਕੱਢੇ ਤੇ ਮੈਨੂੰ ਵੀ ਫਤਿਹ ਸਿੰਘ ਨੂੰ ਕਹਿਣ ਲੱਗੇ, ਅੱਜ ਤੂੰ ਇਵੇਂ ਸਿਰ ਨੀਵਾਂ ਕਰਕੇ ਅੰਦਰ ਨੂੰ ਲੰਘ ਕੇ ਜਾਣਾ, ਕਿਉਂਕਿ ਵੱਡਾ ਦਰਵਾਜ਼ਾ ਨਹੀਂ ਖੁੱਲਣਾ। ਦਾਦੀ ਮਾਂ ਮੈਂ ਡਰ ਗਿਆ। ਮੈਨੂੰ ਲੱਗਦਾ ਸੀ ਜੇ ਸਿਰ ਝੁਕਾਉਣ ਦੀ ਗੱਲ ਆ ਗਈ ਨਾ ਤਾਂ ਅੰਦਰ ਪਾਪੀ ਬੈਠਾ ਹੋਵੇਗਾ ਤੇ ਉਹਨਾਂ ਸਾਰਿਆਂ ਨੇ ਤਾੜੀਆਂ ਮਾਰ ਦੇਣੀਆਂ, ਭਈ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਨਮਸਕਾਰ ਕਰ ਦਿੱਤੀ। ਦਾਦੀ ਇਹਨਾਂ ਹਾਕਮਾਂ ਦੀਆਂ ਕਚਹਿਰੀਆਂ ਵਿੱਚ ਕਿੱਥੇ ਸੱਚ ਮਿਲਦਾ ਹੈ, ਕਿੱਥੇ ਇਨਸਾਫ ਮਿਲਦਾ ਹੈ। ਮੇਰਾ ਜੀ ਕਰੇ ਮੈਂ ਉੱਚੀ ਸਾਰੀ ਆਵਾਜ਼ ਮਾਰ ਕੇ ਕਹਾਂ, ਫਤਿਹ ਸਿੰਘਾ ਅੱਜ ਸਿਰ ਨਾ ਝੁਕਾ ਦੀ ਓਏ, ਗੁਰੂ ਗੋਬਿੰਦ ਸਿੰਘ ਦਾ ਸਿਰ ਝੁਕ ਜਾਏਗਾ। ਵੇਖੀ ਕਿਤੇ ਸਿਰ ਨਾ ਝੁਕਾ ਦੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਝੁਕ ਜਾਏਗਾ। ਅੱਜ ਗੁਰੂ ਗ੍ਰੰਥ ਸਾਹਿਬ ਦਾ ਸਿਰ ਝੁਕ ਜਾਏਗਾ, ਬਾਣੀ ਦਾ ਸਿਰ ਝੁਕ ਜਾਏਗਾ। ਵੇਖੀ ਕਿਤੇ ਸਿਰ ਨਾ ਝੁਕਾ ਦੀ। ਦਾਦੀ ਮੇਰਾ ਜੀ ਕਰੇ ਮੈਂ ਉੱਚੀ ਆਵਾਜ਼ ਵਿੱਚ ਕਹਾਂ, ਪਰ ਮੈਨੂੰ ਲੋੜ ਹੀ ਨਾ ਪਈ। ਤੇਰੇ ਲਾਡਲੇ ਨੇ ਅੰਦਰ ਨੂੰ ਪਹਿਲਾਂ ਸਿਰ ਕੱਢਣ ਦੀ ਬਜਾਏ ਇਹਨੇ ਪਹਿਲਾਂ ਪੈਰ ਕੱਢੇ ਅੰਦਰ, ਇਹਨੇ ਸਿਰ ਮੇਰੇ ਵੱਲ ਝੁਕਾ ਦਿੱਤਾ। ਦਾਦੀ ਤੇਰਾ ਲਾਡਲਾ ਜਿੱਤ ਗਿਆ। ਅੱਜ ਮੈਨੂੰ ਪਤਾ ਲੱਗਿਆ ਤੇਰੀ ਗੋਦ ਵਿੱਚੋਂ ਕਿੰਨਾ ਸੁੱਖ ਮਿਲਦਾ। ਰੋਕਦੀਆਂ ਵੀ ਦਾਦੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਕਹਿੰਦੀ ਸ਼ੁਕਰ ਹੈ ਰੱਬ ਦਾ,
जद मैं पत्नी बन के विचरी उदों भी मेरा दुपट्टा बेदाग रहा। जद मैं मां बन के विचरी उदों भी मेरा दुपट्टा बेदाग रहा। हुण मैं दादी बन के विचरदी सां, सोचदी सां मेरा हुण भी दुपट्टा बेदाग रह जाए। शाबाश पुੱਤ ਵੇ ਤੁਸੀਂ ਮੇਰੇ ਦੁਪੱਟੇ ਨੂੰ, ਤੁਸੀਂ ਮੇਰੀ ਬਜ਼ੁਰਗੀ ਨੂੰ ਦਾਗ ਨਹੀਂ ਲੱਗਣ ਦਿੱਤਾ। ਆ ਜਾਓ ਮੈਂ ਤੁਹਾਨੂੰ ਫਿਰ ਦੁਬਾਰੇ ਨਿੱਘਦੇ ਹਾਂ। ਦਾਦੀ ਅੱਜ ਕਿਹਦੀ ਸਾਖੀ ਸੁਣਾਏਂਗੀ? ਗੁਰੂ ਅਰਜਨ ਪਾਤਸ਼ਾਹ ਦੀ ਸਾਖੀ ਤੇ ਸੁਣਾ ਦਿੱਤੀ। ਦਾਦੀ ਨੇ ਬੜੀ ਗਜਬ ਦੀ ਗੱਲ ਕਹੀ ਸੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ, ਬੜੀ ਤਵੱਜੋ ਦੇ ਕੇ ਸੁਣਿਓ ਜੇ। ਦਾਦੀ ਕਹਿਣ ਲੱਗੀ, ਪੁੱਤ ਵੇ ਦੁਨੀਆ ਦੀ ਬਾਤ ਮੁੱਕ ਜਾਂਦੀ ਹੈ ਪਰ ਰਾਤ ਨਹੀਂ ਮੁੱਕਦੀ। ਸਾਡੀ ਤੇ ਅਜੀਬ ਕਹਾਣੀ ਹੈ, ਸਾਡੀ ਰਾਤ ਮੁੱਕ ਜਾਂਦੀ ਹੈ ਪਰ ਸਾਡੀ ਬਾਤ ਨਹੀਂ ਮੁੱਕਦੀ। ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ। ਅਸੀਂ ਹੋਵਾਂਗੇ 2 ਜਾਂ 4 ਲੋਕੋ, ਕਤਲ ਕਰਿਆਂ ਵੀ ਤੁਹਾਡੇ ਕੋਲ ਮੁੱਕਣੀ ਨਹੀਂ ਸਾਡੀ ਏਡੀ ਲੰਮੀ ਕਤਾਰ ਲੋਕੋ। ਤੁਹਾਨੂੰ ਭੁਲੇਖਾ ਹੋਵੇਗਾ। ਮਾਂ ਨੇ ਸਾਰੀ ਰਾਤ ਭਾਈ ਸਤੀ ਦਾਸ ਦੀ ਗਾਥਾ, ਭਾਈ ਦਿਆਲੇ ਦੀ ਦੇਗ ਵਿੱਚ ਉਬਲਣ ਦੀ ਗਾਥਾ ਸੁਣਾਈ। ਸਵੇਰ ਹੋ ਗਈ, ਅੱਜ ਤੀਸਰਾ ਦਿਨ ਹੈ। ਅੱਜ ਤੀਸਰਾ ਦਿਨ ਹੈ, ਸਵੇਰ ਹੋ ਗਈ। ਫਿਰ ਜ਼ਾਲਮ ਸਾਹਿਬਜ਼ਾਦਿਆਂ ਨੂੰ ਲੈਣ ਆਏ ਨੇ। ਦਾਦੀ ਨੇ ਪਿਆਰ ਕਰਕੇ ਬਾਣੀ ਪੜ੍ਹ ਕੇ ਸਾਰੀਆਂ ਗੱਲਾਂ ਸਮਝਾ ਕੇ ਤੋੜ ਦਿੱਤਾ। ਜਿਹੜਾ ਸਿਪਾਹੀ ਲੈ ਕੇ ਆ ਰਿਹਾ ਹੈ ਉਹਨੇ ਇੱਕ ਹੱਥ ਨਾਲ ਬਾਂਹ ਪਕੜੀ ਹੈ ਫਤਿਹ ਸਿੰਘ ਦੀ, ਇੱਕ ਹੱਥ ਨਾਲ ਬਾਂਹ ਪਕੜੀ ਹੈ ਜ਼ੋਰਾਵਰ ਸਿੰਘ ਦੀ। 140 ਫੁੱਟ ਉੱਚਾ ਬੁਰਜ ਹੈ, ਉਹਦੀਆਂ 5, 7, 10 ਪੌੜੀਆਂ ਥੱਲੇ ਉਤਰਿਆ। ਪਿਛਾਂਹ ਨੂੰ ਪਰਤ ਕੇ ਵੇਖਦਾ ਹੈ, ਪਿਛਾਂਹ ਨੂੰ ਪਰਤ ਕੇ ਵੇਖਦਾ ਹੈ। ਜਦੋਂ ਵੇਖਦਾ ਤੇ ਦਾਦੀ ਉਸ ਦਰਵਾਜ਼ੇ ਵਿੱਚ ਦੋਨੇ ਹੱਥ ਪਾ ਕੇ ਖਲੋਤੀ ਹੋਈ ਆਪਣੇ ਪੋਤਰਿਆਂ ਨੂੰ ਜਾਂਦਿਆਂ ਨੂੰ ਵੇਖਦੀ ਹੈ। ਸਿਪਾਹੀ ਦਾ ਵੀ ਦਿਲ ਭਰ ਆਇਆ। ਆਵਾਜ਼ ਮਾਰ ਕੇ ਕਹਿੰਦਾ, ਮਾਤਾ ਮੈਂ ਰੋਜ਼ ਵੇਖਣਾ ਤੂੰ ਸਾਹਿਬਜ਼ਾਦਿਆਂ ਨੂੰ ਭੇਜਣ ਲੱਗੀ ਵੀ ਬਹੁਤ ਪਿਆਰ ਕਰਨੀ ਤੇ ਵਾਪਸ ਆਇਆਂ ਨੂੰ ਵੀ ਬਹੁਤ ਪਿਆਰ ਕਰਦੀ ਹੈ। ਪਰ ਅੱਜ ਮੈਂ ਤੈਨੂੰ ਦੱਸਾਂ, ਤੇਰੇ ਸਾਹਿਬਜ਼ਾਦੇ ਮੈਂ ਰੋਜ਼ ਲੈ ਕੇ ਜਾਣਾ, ਰੋਜ਼ ਵਾਪਸ ਛੱਡ ਜਾਣਾ। ਅੱਜ ਮੈਂ ਤੇਰੇ ਪੋਤਰਿਆਂ ਨੂੰ ਲੈ ਕੇ ਜਾਣਾ ਪਰ ਮੈਂ ਵਾਪਸ ਨਹੀਂ ਲੈ ਕੇ ਆਉਣਾ। ਅੱਜ ਤੇਰੇ ਪੋਤਰੇ ਵਾਪਸ ਨਹੀਂ ਆਉਣੇ, ਫਿਰ ਜੋ ਤੜਫੇਂਗੀ। ਮੈਂ ਤੈਨੂੰ ਹੁਣ ਕਹਿਣਾ ਮੈਂ ਰੁਕ ਜਾਣਾ, ਤੂੰ ਇੱਕ ਵਾਰੀ ਪੋਤਰਿਆਂ ਨੂੰ ਪਿਆਰ ਕਰ ਲੈ। ਅੱਜ ਨਾ ਵਾਪਸ ਨਹੀਂ ਜਿਉਣਾ, ਤੇਰੇ ਕੋਲੋਂ ਜਰਿਆ ਨਹੀਂ ਜਾਣਾ। ਜਦੋਂ ਸ਼ਾਮ ਨੂੰ ਮੈਂ ਖਾਲੀ ਹੱਥ ਆਉਣਾ। ਸੋਹਣ ਸਿੰਘ ਸੀਤਲ ਦੇ ਬੋਲ ਨੇ ਬੜੇ ਪਿਆਰੇ। ਮੈਂ ਜਰ ਲਵਾਂਗੀ ਸੋਹਣਿਓ ਮੇਰਾ ਵੱਡਾ ਜੇਰਾ, ਮੈਂ ਜਰ ਲਵਾਂਗੀ ਸੋਹਣਿਓ ਮੇਰਾ ਵੱਡਾ ਜੇਰਾ। ਪੀੜਾ ਸਾਂਭਣ ਵਾਸਤੇ ਦਿਲ ਥਾਂ ਬਥੇਰਾ। ਮੇਰੇ ਦਿਲ 'ਚ ਬੜੀ ਥਾਂ ਹੈ ਪੀੜਾ ਨੂੰ ਸਾਂਭਣ ਵਾਸਤੇ। ਮੈਂ ਬੜੀਆਂ ਪੀੜਾਂ, ਬੜੇ ਦਰਦ ਆਪਣੇ ਅੰਦਰ ਸੰਭਾਲ ਕੇ ਰੱਖੇ ਹੋਏ ਨੇ। ਜਰ ਲਵਾਂਗੀ ਸੋਹਣਿਓ ਮੇਰਾ ਵੱਡਾ ਜੇਰਾ, ਪੀੜਾਂ ਸਾਂਭਣ ਵਾਸਤੇ ਦਿਲ ਥਾਂ ਬਥੇਰਾ। ਦਾਦੀ ਖਲੋਤੀ ਹੈ, ਉੱਠੀ ਮੂਰਤ ਪਿਆਰ ਦੀ, ਬਾਹੀਂ ਹੱਥ ਪਾ ਕੇ
प्यार की मूरत बाहां नूं हथ पा उन्हों दरवाजे नूं हथ पा के खलोती हुई, उठी मूरत प्यार दी बाही हथ पा के, सारा बल ला के बिच दहलीजां खलो गई, बाही हथ पा के। रुक गई ममता तड़फ दी, दिल विच तड़फ है पर जुबान ते नहीं आउण देंदी। रुक गई ममता तड़फ दी, बुल्लां ते आके ओने अंदर गंजू पी लए। सब डीकां ला के ओने अंदर दे अंदर ही गंजू पी लए, अपनी अख विच ना आउण दिता, मेरे पोतरियां ते असर ना होवे। बाबा फतेह सिंह 2-4 पौड़ियां होर उतरे। बाबा फतेह सिंह पिछे नूं देखदा है, दादी खलोती है, अडोल है। ते आखिरकार बाबा फतेह सिंह ने आवाज मारी, कहन लगे दादी अज एक गल भुल गई है। दादी दे कलेजे ढू पै गई। ਉਹ ਜਿਹੜੀ ਹੁਣ तक सिपाही ਨੂੰ ਕਹਿੰਦੀ ਸੀ ਲੈ ਜਾ, ਤਰਲੇ ਕਰਨ ਲੱਗੀ, ਉਹ ਪੁੱਤ ਵੇ ਗੁਣ ਨਾ ਲੈ ਕੇ ਜਾਈ, ਕਹਿਰ ਨਾ ਕਰ ਦੇਵੀਂ, ਕਿਤੇ ਗੁਣ ਨਾ ਲੈ ਕੇ ਜਾਈ, ਕੋਈ ਰੀਝ ਅਧੂਰੀ ਨਾ ਰਹਿ ਜਾਏ। ਕਹਿਣ ਲੱਗੀ ਰੁਕ ਜਾ। ਸਿਪਾਹੀ ਰੁਕ ਗਿਆ, ਪੌੜੀਆਂ ਵਿੱਚ ਰੁਕੇ ਹੋਏ ਨੇ। ਕਹਿਣ ਲੱਗੀ ਫਤਿਹ ਸਿੰਘਾ ਮੈਂ ਕੀ ਭੁੱਲ ਗਈ ਪੁੱਤ, अज ते मैं सारी रात याद करती रही अपने पुत नूं। वेख तेरे दुलारे उमरां छोटियां ने पर खेडां वड्डियां खेडण लगे ने। अज मैं जीतां नूं कहंदी रही, जीतां तेरी कुख नूं सफली कर चले ने। जीतां तेरे पुत पुत नहीं रहे, जीतां तेरे पुत शहीदां विच शामिल हो चले ने। पुत की गल भुल गई? कहन लगे दादी अरदास नहीं सी करनी, हर रोज अरदास करके तोड़ती, अज अरदास करनी भुल ही गई। दादी कहन लगी पुत वे अरदास करनी भुली नहीं, अरदास ते अज भी करनी है, पर अज मैं तुहाडे तो मगरों करनी है। अज मैं अपने पति नूं कहना है, दादा ते दादी रल के पालदे ने पोतरियां नूं पोतरियां नूं। जे मैं दादी लगनी है ते तू भी ते दादा लगना है ना, तेरा भी तो फर्ज है ना। मैं तो दादी होण दे नाते इन्हां नूं आनंदपुरों बचा लिया है। मैं दादी होण दे नाते सरहद उत्थों सरसा दे किनारे तो बचा लिया है। मैं दादी होण दे नाते इन्हां नूं गंगू दे घरों बचा लिया है। मैं दादी होण दे नाते 2 दिन हो गए सूबे की कचहरी च भी बचा लिया है। ते अज मैं अरदास करनी है, हुण जिन्ना चिर मैं बचा सकदी सी बचा लिया। अज रात नूं दादी दी गोद विच ना आउण, अज दादे दी गोद विच चले जाण, इन्हां नूं तूं संभाल लवीं। दूजियां दे धर्म दी रखिया करन वालिया, अज तेरे पोतरियां दा धर्म है, इन्हां नूं तूं संभाल नहीं। अज मैं तुहाडे दादे दे चरनां विच अरदास करनी, पुत मैं भुल्ली नहीं। किड्डा वड्डा चेहरा होवेगा। हाकम फिर कहंदा है वेख ले मां मैं रुक जाना। चरण सिंह सफरी दे बोल ने। मां गुजरी ने अगों जवाब दिता, मेरा नां गुजरी ते मेरी अल गुजरी। इहो जही कहानी तो मेरे उत्ते पुत तू देखण पहली बारी लगे है, मेरे नाल वरती पहली बारी नहीं, तू ही पहली बारी देखण लगा। मां गुजरी ने अगों जवाब दिता, मेरा नां गुजरी ते मेरी अल गुजरी। इहो जही कहानी तो मेरे उत्ते घड़ी घड़ी गुजरी, पल पल गुजरी। पहला पति दिता, हुण पोते तोरे, फिर मैनू मौत कहंदी तू भी चल गुजरी। ताई लोक गुजरी मैनू आखदे ने, जेड़ी आई ओ मैं सिर ते चल गुजरी। पोतरियां नूं लेके चले गए। दादी उड़ीकदी है।
कचहरी विच लिजा के ਜ਼ਾਲਮਾਂ ने पूछया। अज दी कचहरी विच एक स्पैशल बंदा आया होया है, वो मलेरकोटले का नवाब है शेर मुहम्मद खां। ਉਹਨੂੰ बुला के कहन लगे भी भलिया गुरु गोबिंद सिंह ने तेरे परिवार का, तेरा भरा किन्ने लोग उन्हें खत्म किए ने, ये बच्चे असी चाहते भी तू इन्हों खत्म करके इन्हों सजा दे के ते तू अपने सिरों कर्ज उतार। शेर मुहम्मद खां देखो पहला भी लड़ता रहा, वो बाद विच भी लड़िया, ये गल वखरी है। पर जिन्ना को ने हा दा नारा मारिया ना, सिख कौम किन्नी कदरदान है। उन्हें आख्या तुसी बच्चियां ते कहर ना करो, अल्लाह यार खान जोगी दे बोलने, बदला की लेना होगा तो लेंगे बाप से, महफूज रखे खुदा हमको ऐसे पाप से। जे बदला ही लेना होया, इन्हां दे बाप ने शहीद कीते ने ना मेरे भरा, मैं जंग दे मैदान विच टक्करांगा उन्होंने। ओ तू ये मर्दानगी है तेरी, निक्के निक्के बच्चों नूं सजा देण लगा, तू काहदा बहादुर है। आखिर उन्हें हादा नारा मारिया, सिख कौम किन्नी दयानतदारी वाली है। इन्नी क गल पिछे भी मलेरकोटले दे विच हादा नारा गुरुद्वारा बना दिता। तू एक बारी इंसानियत की गल कीती है, ये गल वखरी भी, पहलों भी लड़दा रहा, बाद विच भी लड़दा रहा। साहिबजादियां नूं ये गल चेता रखियो, प्यारा सिंह पदम ने 4 साहिबजादे किताब लिखी है, उस लिखिया बकायदा भई इस सरहंद विच पहला भी भगत सदना जी नूं नीहां च चुनिया गया सी, उन्हां दा स्थान अज भी उठे है। दास नूं देखण दा मौका मिलिया, कहन लगे सुच्चानंद पापी कहन लग्या ये तां सप्पां दे बच्चे ने, इन्हां नूं माफ ना करियो। पापी दा मन भटकिया होया सी। आखिरकार सोहण सिंह सीतल ने उस काजी का नाम मुफ्ती लिखिया, बाकिया नहीं लिखिया। काजी ने फतवा दिता, इन्हां बच्चियां ते जुल्म करन दी आग्या इस्लाम नहीं दिंदा, इन्हां बच्चियां ते जुल्म करन दी आग्या कुरान मजीद नहीं दिंदी। मैं फतवा नहीं दे सकदा, मैं इन्हां नूं सज़ा नहीं सुना सकदा। वजीर खां कहन लग्या जे इन्हां नूं फतवा देण दी आग्या नहीं देंदी, तैनूं तां देंदी है ना, तेरे ते तां जुल्म हो सकदा है ना। काजी समझ गया भी मेरे ते कहर करेगा, इस पापी दा की है। आखिरकार उन्हें फतवा दे दिता, इन्हां नूं जिउंदियां जी कंधां विच चिण दिओ। जिहड़ी कंध हुण दिखाई जाती है ना कली, वो नहीं कंध प्यारी, वो इवें दा थड़ा है। वो 6-7 फुट लम्मी कंध है ते 4-5 फुट चौड़ी है। उहदे विच विचकार साहिबजादे खड़ाए हुए ने, उहदे विच विचकार साहिबजादे खड़ाए हुए ने। ते इन्हां नूं शहीद करन वास्ते शासल वेग ते बाशल वेग समाने दे सन। देखो किड्डा अनर्थ है, जिहड़े कातल ने उन्हां नूं बरी करिया जाण लगा है, जिहड़े इंसानियत दे पुजारी ने, सच ने, बच्चे ने, उन्हां नूं शहीद किया जाण लगा है। शासल वेग ते बाशल वेग ने दोनों ने इट्टां दे रदे लाए, विच साहिबजादे खलोते ने। दीवार उत्ते हुंदियां लक तक आ गई। बाबा फतेह सिंह दा कद छोटा सी, क्योंकि 2 साल छोटा भी सी। जदों बाबा जोरावर सिंह ने वेख्या भई इहदा साह कुटिया गया, पेट कुटिया गया, सारा लहू कुटिया गया, अखां चों तर आया, ते बाबा जोरावर सिंह ने आवाज मारी, कहन लगे वीरे बाकी तो विछड़ गए, आपां भी विछड़ चले, आपां ते कट्ठे जाइए, थोड़ा सबर कर ले, आपां ते कट्ठे जाइए। 2-4 रदे होर लग गए।
ਬਾਬਾ ਫਤਿਹ ਸਿੰਘ ਨੇ ਵੇਖਿਆ ਹੁਣ ਸਾਹ ਨਹੀਂ ਆਉਂਦਾ, ਹਲਕਾ ਜਿਹਾ ਸਾਹ ਲੈ ਕੇ ਇੱਕ ਜੈਕਾਰਾ ਲਾਇਆ। ਜਦੋਂ ਜੈਕਾਰਾ ਲਾਇਆ ਬਾਬਾ ਜ਼ੋਰਾਵਰ ਸਿੰਘ ਨੂੰ ਪਤਾ ਲੱਗ ਗਿਆ ਚੜ੍ਹਦੀ ਕਲਾ 'ਚ ਹੈ। ਉਸੇ ਵੇਲੇ 2 ਰਦੇ ਹੋਰ ਲਾਏ, ਸਾਹ ਬਿਲਕੁਲ ਕੁੱਟਿਆ ਗਿਆ। ਦੋਵੇਂ ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਪਾਸੇ ਨੂੰ ਲੁੱਟ ਗਏ। ਕੰਧ ਢਹਿ ਗਈ ਤੇ ਉਸ ਢੱਠੀ ਹੋਈ ਕੰਧ ਦੇ ਉੱਤੋਂ ਹੀ ਪਾਪੀਆਂ ਨੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ। ਉਹ ਲਹੂ ਇੱਟਾਂ ਨੇ ਸਾਂਭ ਲਿਆ। ਮਾਂ ਗੁਜਰ ਕੌਰ ਉਹਨੂੰ ਜਾ ਕੇ ਠੰਡੇ ਬੁਰਜ ਵਿੱਚ ਸੁਨੇਹਾ ਦਿੱਤਾ, ਤੇਰੀ ਸਿੱਖਿਆ ਦੇ ਕਾਰਨ ਉਹ ਨਹੀਂ ਡੋਲੇ। ਠੰਡੇ ਬੁਰਜ ਵਿੱਚੋਂ ਧੱਕਾ ਦੇ ਕੇ ਪਾਪੀਆਂ ਨੇ ਮਾਂ ਗੁਜਰ ਕੌਰ ਨੂੰ ਵੀ ਸ਼ਹੀਦ ਕਰ ਦਿੱਤਾ। ਸਮੇਂ ਦੀ ਅਵੱਗਿਆ ਕਰ ਗਿਆ, ਮੈਂ 2-3 ਮਿੰਟ ਹੋਰ ਲੈ ਕੇ ਸਮਾਪਤੀ ਕਰ ਦਿਆਂਗਾ। ਟੋਡਰ ਮੱਲ ਰੋਜ਼ ਆਪਣੇ ਘਰ ਆ ਕੇ ਸਾਹਿਬਜ਼ਾਦਿਆਂ ਦੀਆਂ ਬਹਾਦਰੀ ਦੀਆਂ ਗੱਲਾਂ ਦੱਸਿਆ ਕਰਦਾ ਸੀ, ਬੜਾ ਖੁਸ਼ ਹੋ ਕੇ ਦੱਸਦਾ ਸੀ। ਪਰ ਅੱਜ ਜਦੋਂ ਆ ਕੇ ਦੱਸਣ ਲੱਗਾ ਤੇ ਧਾਹਾਂ ਮਾਰ ਕੇ ਰੋ ਪਿਆ। ਟੋਡਰ ਮੱਲ ਦੀ ਘਰਵਾਲੀ ਕੋਲ ਬੈਠੀ ਕਹਿਣ ਲੱਗੀ, ਸਾਈਆਂ ਸ਼ਹੀਦ ਹੋ ਗਏ ਨੇ, ਨਾਲੇ ਕਹਿੰਦੇ ਸ਼ਹੀਦਾਂ ਨੂੰ ਰੋਈਦਾ ਨਹੀਂ। ਤੇ ਤੁਸੀਂ ਪਿਛਲੇ 2-3 ਦਿਨ ਗੱਲਾਂ ਬੜੀਆਂ ਬਹਾਦਰੀ ਦੀਆਂ ਦੱਸਦੇ ਰਹੇ, ਅੱਜ ਉਹ ਅਡੋਲ ਰਹਿ ਕੇ ਸ਼ਹੀਦ ਹੋ ਗਏ ਤੇ ਅੱਜ ਰੋਣ ਲੱਗ ਪਏ ਹੋ। ਕਹਿਣ ਲੱਗਿਆ, ਮੈਂ ਸ਼ਹੀਦਾਂ ਨੂੰ ਨਹੀਂ ਰੋਂਦਾ, ਫਿਰ ਕਿਸ ਗੱਲ ਨੂੰ ਰੋਂਦੇ ਹੋ? ਉਹ ਕਹਿਣ ਲੱਗੇ, ਜਿਹੜਾ ਦੁਸ਼ਮਣਾਂ ਤੇ ਵੀ ਕਫਨ ਪਾ ਦਿੰਦਾ ਸੀ, ਅੱਜ ਉਹਦੀ ਮਾਂ ਦੀ ਤੇ ਅੱਜ ਉਹਦੇ ਪੁੱਤਰਾਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਪਈਆਂ ਨੇ। ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਮੈਂ ਕਿਵੇਂ ਕਰਾਂ? ਉਹਨਾਂ ਦੀਆਂ ਲਾਸ਼ਾਂ ਪਈਆਂ ਨੇ। ਪਾਪੀ ਨੇ ਸੰਸਕਾਰ ਨਹੀਂ ਕਰਨ ਦਿੱਤਾ, ਕਹਿੰਦਾ ਸੀ ਜ਼ਮੀਨ ਮੁੱਲ ਲੈਣੀ ਪਏਗੀ, ਮੋਹਰਾਂ ਦੇ ਬਦਲੇ ਜ਼ਮੀਨ ਦਿਆਂਗਾ। ਮੈਂ ਮੋਹਰਾਂ ਵੀ ਦੇਣ ਨੂੰ ਤਿਆਰ ਹੋ ਗਿਆ, ਮੋਹਰਾਂ ਵਿਛਾ ਕੇ ਲੈ ਲੈ। ਫਿਰ ਕਹਿਣ ਲੱਗਿਆ, ਮੋਹਰਾਂ ਖੜੀਆਂ ਕਰਕੇ ਲੈਣਾ, ਇੰਨੀਆਂ ਜਿੰਨੀਆਂ ਮੋਹਰਾਂ ਖੜੀਆਂ ਕਰੇਗਾ ਓਨੀ ਜ਼ਮੀਨ ਦੇ ਦਿਆਂਗਾ। ਘਰ ਵਾਲੀ ਨੇ ਆਖਿਆ, ਹੱਥ ਜੋੜ ਕੇ ਕਹਿਣ ਲੱਗੀ, ਸਾਈਆਂ ਜੋ ਘਰ ਦਾ ਵਿਕਦਾ ਵੇਚ ਦੇ, ਮੋਹਰਾਂ ਇਕੱਠੀਆਂ ਕਰ ਲੈ। ਯਕੀਨ ਕਰਕੇ ਜਾਣਿਓ, ਸਾਰੀ ਰਾਤ ਵਿੱਚ ਪ੍ਰਬੰਧ ਕਰ ਲਿਆ। ਅਗਲੀ ਸਵੇਰ ਹੁੰਦਿਆਂ ਸਾਰ ਟੋਡਰ ਮੱਲ ਨੇ, ਮੋਤੀ ਮਹਿਰੇ ਦੇ ਪਰਿਵਾਰ ਨੇ, ਸਾਰਿਆਂ ਨੇ ਰਲ ਕੇ ਮਾਂ ਗੁਜਰ ਕੌਰ ਦਾ ਸੰਸਕਾਰ ਕੀਤਾ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ। ਪਿਆਰ ਵਾਲਿਓ, ਆਓ ਸਤਿਗੁਰੂ ਨੇ 4 ਪੁੱਤ ਵਾਰ ਕੇ ਸਾਨੂੰ ਆਪਣੇ ਪੁੱਤ ਬਣਾਇਆ। ਉਹਦੇ ਚਰਨਾਂ ਵਿੱਚ ਜੁੜੀਏ, ਗੁਰਬਾਣੀ ਨਾਲ ਜੁੜੀਏ, ਗੁਰੂ ਨਾਲ ਜੁੜੀਏ। ਸਾਨੂੰ ਸਾਡੇ ਜੀਵਨ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ, ਬਾਬਾ ਅਜੀਤ ਸਿੰਘ ਵਰਗਾ, ਬਾਬਾ ਜੁਝਾਰ ਸਿੰਘ ਵਰਗਾ ਪਿਆਰ ਮਿਲੇ। ਇੰਨੀਆਂ ਬੇਨਤੀਆਂ ਕਬੂਲ ਕਰਨਾ, ਭੁੱਲਾਂ ਦੀ ਖਿਮਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।